बिस्मिल्लाहिर्रहमानिर्रहीम। अस्सलाम वालेकुम व रहमतुल्लाहि व बरकातहू। की हाल चाल है? ठीक ठाक हो? उम्मीद अल्लाह ताला दे हुक्म दे नाल इंशाअल्लाह तुसीं सारे ठीक ठाक होवोगे। अल्लाह ताला सब ते रहमत फरमाए। अल्लाह ताला सब नूं अपने हिफ्ज़ो ईमान दे विच रखे। अज दे व्लॉग दे विच मैं तुहाडे नाल अदाकारा हुमैरा अरशद दी मौत दे बारे च तफसीलां गलबात करांगा कि आया उन्हां दी मौत किस तरह वाकिया हुई। लेकिन ये गल तां तय है ना, उन्हां दी मौत ना कुदरती तौर ते हुई है ते ना नशे दी वजह नाल हुई है, क्योंकि नशे दा कोई भी सबूत नहीं उथों मिलिया कि ये नशा करदी सी। ये दो गल्लां तां क्लीयर आ कि ना नशे दी वजह नाल उन्हां दी मौत हुई ते ना कुदरती तौर ते। हुण इन्हां दी मौत दे पिछे दो अहम किरदार ने। वो दो अहम किरदार जिहड़े ने उन्हां दे मुतलक तफसील नाल गल करांगे कि एक तां मालिक मकान आ ते दूसरा उहदा भरा आ नवीद असगर। इन्हां दे नाल कोई जायदाद दा तनाज़ा इहदा चल रिहा सी ते दूजा मालिक मकान दे नाल किराए दा फड्डा चल रिहा सी। हुण इन्हां दे उत्ते थोड़ी जी रोशनी पावांगे कि आया ये विच इन्हां दा की किरदार आ। ये पुलिस तहकीकात करेगी ते इहदी मौत दे नाल की तल्लक आ या इन्हां दा कोई किरदार है या नहीं। हाँ, ये साबित आ कि इन्हां दोनों दे नाल झगड़ा इहदा चल रहा सी। ये तहकीकात पुलिस करेगी कि इहदे विच किन्नी हकीकत आ या किन्नी सदाकत आ। सब तो पहला तां आजो जी, ये जिहड़ा मालिक मकान सी इहदा नाम मीर वायस खान सी। मीर वायस खान ने 2018 ਦੇ ਵਿੱਚ ਇਹ ਜਿਹੜਾ ਫਲੈਟ ਸੀ ਹੁਮੈਰਾ ਅਸਕਰ ਨੂੰ ਕਿਰਾਏ ਤੇ ਦਿੱਤਾ। ਹੁਮੈਰਾ ਅਸਕਰ ਨੇ ਇਹ ਮਕਾਨ ਜਦੋਂ ਕਿਰਾਏ ਤੇ ਲਿਆ, ਫਿਰ ਉਹ ਸਾਰਾ ਸਟਾਮ ਵਗੈਰਾ ਲਿਖਿਆ ਜਾਂਦਾ, ਸਾਰਾ ਕੁਝ ਤਰਤੀਬ ਲਿਖੀ ਜਾਂਦੀ ਆ। ਆਹ ਚੈਨਲ ਤੇ ਚੱਲ ਰਹੀ ਆ, ਮੈਂ ਤੁਹਾਨੂੰ ਦਿਖਾ ਰਿਹਾ, ਚੈੱਕ ਕਰ ਲਓ ਕਿ 2018 ਦੇ ਵਿੱਚ ਇਹਨੇ ਜਿਸ ਵੇਲੇ ਇਹ ਮਕਾਨ ਕਿਰਾਏ ਤੇ ਲਿਆ ਤੇ ਉਹਦੇ ਨਾਲ 40,000 ਰੁਪਇਆ ਹਰ ਮਹੀਨੇ ਕਿਰਾਇਆ ਮੁੱਕਿਆ। ਉਸ ਤੋਂ ਬਾਅਦ 1,60,000 ਰੁਪਇਆ ਇਹਨੇ ਬਤੌਰ ਸਿਕਿਉਰਿਟੀ ਉਹਨੂੰ ਜਮ੍ਹਾਂ ਕਰਾਇਆ ਤੇ 2 ਮਹੀਨੇ ਦਾ ਕਿਰਾਇਆ ਜਿਹੜਾ ਐਡਵਾਂਸ 80,000 ਰੁਪਇਆ ਉਸ ਬੰਦੇ ਨੂੰ ਦਿੱਤਾ, ਮੀਰ ਵਾਇਸ ਖਾਨ। ਇਹ ਫਿਰ ਜਿਹੜਾ सिलसिला चलता रहा 11 महीने तक, और ਉਹਦੇ ਵਿੱਚ ਇਹ ਵੀ ਲਿਖਿਆ ਗਿਆ ਕਿ ਹਰ 11 ਮਹੀਨੇ ਤੋਂ ਬਾਅਦ 10% ਜਿਹੜਾ ਕਿਰਾਇਆ ਵਧਾਇਆ ਜਾਏਗਾ। ਜਿਸ ਵੇਲੇ 11 ਮਹੀਨੇ ਪੂਰੇ ਹੋਏ ਤੇ ਮੀਰ ਵਾਇਸ ਖਾਨ ਤੇ ਹੁਮੈਰਾ ਅਸਕਰ ਦੇ ਦਰਮਿਆਨ ਝਗੜਾ ਸ਼ੁਰੂ ਹੋ ਗਿਆ। ਮੀਰ ਵਾਇਸ ਖਾਨ ਜਿਹੜਾ ਮਾਲਕ ਮਕਾਨ ਸੀ ਉਹ ਕਹਿੰਦਾ ਸੀ ਕਿ ਮੈਂ ਕਿਰਾਇਆ ਵਧਾਣਾ। ਹੁਮੈਰਾ ਅਸਕਰ ਕਹਿੰਦੀ ਸੀ ਮੈਂ ਕਿਰਾਇਆ ਨਹੀਂ ਵਧਾਣਾ, ਮੈਂ ਨਹੀਂ ਦੇ ਸਕਦੀ। ਹੁਮੈਰਾ ਅਸਗਰ ਨੇ ਅਦਾਲਤ ਦੇ ਵਿੱਚ ਜਾ ਕੇ ਕੇਸ ਕਰਤਾ ਤੇ ਅਦਾਲਤ ਤੋਂ ਸਟੇ ਆਰਡਰ ਲੈ ਆਈ ਤੇ ਉਹ ਖਾਲੀ ਨਹੀਂ ਕਰਾ ਸਕਦਾ ਸੀ ਮੀਰ ਵਾਇਸ ਖਾਨ ਜਿਹੜਾ ਸੀ, ਤੇ ਕਿਉਂਕਿ ਅਦਾਲਤ ਜਿਹੜਾ ਨਾ ਸਟੇ ਆਰਡਰ ਬੜੀ ਜਲਦੀ ਕਿਰਾਏਦਾਰ ਨੂੰ ਦੇ ਦਿੰਦੀ ਆ ਤੇ ਅਦਾਲਤ ਤੋਂ ਬਗੈਰ ਫਿਰ ਮਾਲਕ ਜਿਹੜਾ ਉਹ ਮਕਾਨ ਖਾਲੀ ਵੀ ਨਹੀਂ ਕਰਾ ਸਕਦਾ। ਉਸ ਤੋਂ ਬਾਅਦ ਇਹ ਕੇਸ ਚੱਲਦਾ ਰਿਹਾ 2019 ਤੋਂ। ਜਦੋਂ 11 ਮਹੀਨੇ ਪੂਰੇ ਹੋਏ 2019 ਤੋਂ ਕੇਸ ਇਹ ਅਦਾਲਤ ਦੇ ਵਿੱਚ ਚੱਲਦਾ ਰਿਹਾ। ਉਸ ਤੋਂ ਬਾਅਦ ਹੁਮੈਰਾ ਅਸਗਰ ਜਿਹੜੀ ਆ ਹਰ ਮਹੀਨੇ ਅਦਾਲਤ ਦੇ ਵਿੱਚ ਕਿਰਾਇਆ ਜਮ੍ਹਾਂ ਕਰਾਉਂਦੀ ਰਹੀ। ਕਈ ਦਫਾ ਇਸ ਤਰ੍ਹਾਂ ਵੀ ਹੋ ਜਾਂਦਾ ਸੀ ਕਿ ਉਹ 3 ਮਾਹ ਦਾ ਇਕੱਠਾ ਕਿਰਾਇਆ ਉੱਥੇ ਜਮ੍ਹਾਂ ਕਰਾਉਂਦੀ ਸੀ। ਇਸ ਤਰ੍ਹਾਂ ਇਹ ਕੇਸ ਜਿਹੜਾ ਚੱਲਦਾ ਰਿਹਾ। ਹੁਮੈਰਾ ਅਸਗਰ ਜਿਹੜੀ ਆ ਉਹ ਕਿਰਾਇਆ ਅਦਾਲਤ ਨੂੰ ਦਿੰਦੀ ਰਹੀ, ਅਦਾਲਤ ਦੇ ਥਰੂ ਫਿਰ ਉਹ ਕਿਰਾਇਆ ਲੈਂਦਾ ਰਿਹਾ। ਉਸ ਤੋਂ ਬਾਅਦ 2024 ਦੇ ਵਿੱਚ ਅਕਤੂਬਰ ਚ ਸ਼ਾਇਦ ਉਹਦੀ ਇੱਥੇ ਡੈਥ ਹੋ ਜਾਂਦੀ ਆ। ਕਿਰਾਇਆ ਜਿਹੜਾ ਮਈ 2024 ਤੋਂ ਬਾਅਦ ਜਿਹੜਾ ਅਦਾਲਤ ਦੇ ਵਿੱਚ ਜਮ੍ਹਾਂ ਨਹੀਂ ਕਰਾਇਆ। ਜਿਸ ਵੇਲੇ ਕਿਰਾਇਆ ਨਹੀਂ ਜਮ੍ਹਾਂ ਕਰਾਇਆ ਤਾਂ ਮੀਰ ਵਾਇਸ ਖਾਨ ਨੇ ਵੀ ਅਦਾਲਤ ਦੇ ਵਿੱਚ ਕੇਸ ਕਰ ਦਿੱਤਾ। ਜਿਸ ਵੇਲੇ ਅਦਾਲਤ ਦੇ ਕੇਸ ਕਰਤਾ, ਅਦਾਲਤ ਜਿਹੜੀ ਆ ਹਰ ਮਹੀਨੇ ਇਹਨੂੰ ਸਮਨ ਭੇਜਦੀ ਰਹੀ। ਉਹ ਜਿਹੜੇ ਸਮਨ ਨੇ ਇਹਦੇ ਬਾਹਰ ਫਲੈਟ ਦੇ ਉੱਤੇ ਦਰਵਾਜ਼ੇ ਤੇ ਲਗਾ ਕੇ ਚਲੇ ਜਾਂਦੇ ਰਹੇ। ਲੇਕਿਨ ਕੇਸ ਇਹ ਚੱਲਦਾ ਰਿਹਾ। ਕੇਸ ਜਦੋਂ ਚੱਲਦਾ ਰਿਹਾ ਇਹ ਅਦਾਲਤ ਦੇ ਵਿੱਚ ਪੇਸ਼ ਨਾ ਹੋਈ ਹੁਮੈਰਾ ਅਸਗਰ ਤੇ ਜੱਜ ਨੇ 1 ਸਾਈਡਡ ਜਿਹੜਾ ਫੈਸਲਾ ਕਰ ਦਿੱਤਾ। ਉਸ ਤੋਂ ਬਾਅਦ ਫਿਰ ਫੈਸਲਾ ਇਹ ਹੋਇਆ ਕਿ ਅਦਾਲਤ ਨੇ ਕਿਹਾ ਕਿ 8 ਜੁਲਾਈ ਨੂੰ ਪੈਲਫ ਜਾਏਗਾ, ਜਾ ਕੇ ਤੇ ਉਹਦੇ ਮਕਾਨ ਦਾ ਜਿਹੜਾ ਕਿ 2018 ਤੋਂ 1 ਸਾਲ ਬਾਅਦ ਇਹਦੇ ਨਾਲ ਫੱਡਾ ਸ਼ੁਰੂ ਹੋ ਗਿਆ ਸੀ। ਤੇ ਹੁਣ ਇਹਦੇ ਵਿੱਚ ਮਾਲਕ ਮਕਾਨ ਦਾ ਕਿੰਨਾ ਕਿਰਦਾਰ ਆ, ਕੀ ਕਿਰਦਾਰ ਆ, ਇਹ ਪੁਲਿਸ ਤਹਿਕੀਕਾਤ ਕਰੇਗੀ
ਕਿ ਆਇਆ ਉਹ ਮਾਲਕ ਮਕਾਨ ਇਹਦਾ ਫੱਡਾ ਚੱਲਦਾ ਸੀ, ਉਹ ਵਿੱਚ ਕਿੰਨਾ ਕੁ ਮੁਲਵਸ ਆ ਜਾਂ ਨਹੀਂ ਮੁਲਵਸ, ਇਹ ਅਦਾਰੇ ਚੈੱਕ ਕਰਨਗੇ। ਦੂਸਰਾ ਕਿਰਦਾਰ ਉਹਦੇ ਖਾਨਦਾਨ ਨਾਲ, ਉਹਦੇ ਭਰਾਵਾਂ ਨਾਲ ਚੱਲ ਰਿਹਾ ਸੀ। ਇਹ ਜਿਹੜੇ 4 ਭੈਣ ਭਰਾ ਸੀ, ਇੱਕ ਹਮੈਰਾ ਅਸਗਰ, ਦੂਸਰੀ ਦੀ ਇੱਕ ਭੈਣ ਆ, ਇੱਕ ਸੁਹੇਲ ਅਸਗਰ ਇਹਦਾ ਬੜਾ ਭਰਾ ਆ, ਇੱਕ ਛੋਟਾ ਭਰਾ ਆ ਨਵੀਦ ਅਸਗਰ। ਹੁਣ ਸੁਹੇਲ ਅਸਗਰ ਨੇ ਆਪਣੀ ਬੀਵੀ ਨੂੰ 4 ਮਹੀਨੇ ਪਹਿਲਾਂ ਤਲਾਕ ਦਿੱਤੀ ਆ। ਉਹ ਭਾਬੀ ਦਾ ਵੀ ਬਿਆਨ ਸਾਹਮਣੇ ਆ ਗਿਆ। ਉਹ ਭਾਬੀ ਜਿਹੜੀ ਆ ਹਮੈਰਾ ਅਸਗਰ ਦੀ, ਜਿਹੜੀ ਸੁਹੇਲ ਅਸਗਰ ਦੀ ਬੀਵੀ ਸੀ, ਜਿਹਨੂੰ ਤਲਾਕ ਦਿੱਤੀ ਸੀ, ਉਹ ਕਹਿੰਦੀ ਆ ਕਿ ਇਹਦਾ ਭਰਾਵਾਂ ਦੇ ਨਾਲ ਜਾਇਦਾਦ ਦਾ ਫੱਡਾ ਚੱਲਦਾ ਸੀ, ਤਨਾਜ਼ਾ ਚੱਲਦਾ ਸੀ, ਤੇ ਭਰਾ ਜਿਹੜੇ ਸੀ ਉਹ ਚਾਹੁੰਦੇ ਸੀ, ਖਾਸ ਕਰ ਨਵੀਦ ਅਸਗਰ, ਕਿ ਇਹ ਜਾਇਦਾਦ ਜਿੰਨੀ ਆ ਸਾਰੀ ਮੈਂ ਹੜਪ ਕਰ ਲਾਂ। ਉਹਨੇ ਨਵੀਦ ਅਸਗਰ ਤੇ ਇਲਜ਼ਾਮ ਲਗਾਇਆ ਕਿ ਜਿਹੜਾ ਮੇਰਾ ਸ਼ੌਹਰ ਆ ਸਾਬਕਾ ਸੁਹੇਲ ਅਸਗਰ, ਉਹ ਵੀ ਜ਼ਹਿਨੀ ਤੌਰ ਤੇ ਠੀਕ ਨਹੀਂ ਹੈਗਾ, ਤੇ ਇਹਨਾਂ ਦੀ ਭੈਣ ਵੀ ਜ਼ਹਿਨੀ ਤੌਰ ਤੇ ਠੀਕ ਨਹੀਂ ਹੈਗੀ, ਕਿਉਂਕਿ ਨਵੀਦ ਅਸਗਰ ਨੇ ਇਹਨਾਂ ਨੂੰ ਦਵਾਈਆਂ ਕੋਈ ਇਸ ਤਰ੍ਹਾਂ ਦੀਆਂ ਖਿਲਾਈਆਂ ਕਿ ਉਹ ਇਸ ਤਰ੍ਹਾਂ ਲੱਗਦੇ ਨੇ ਜਿਵੇਂ ਪਾਗਲਪਨ ਆ, ਤੇ ਨਵੀਦ ਅਸਗਰ ਨੇ ਹੀ ਮੈਨੂੰ ਤਲਾਕ ਦਿਲਵਾਈ ਆ, ਤਾਂ ਕਿ ਇਹ ਜਿੰਨੀ ਵੀ ਜਾਇਦਾਦ ਆ ਸਾਰੀ ਮੈਂ ਕੱਲਾ ਹੀ ਹੜਪ ਕਰ ਜਾਵਾਂ। ਹੁਣ ਇਹਦੇ ਚ ਕਿੰਨੀ ਹਕੀਕਤ ਆ, ਕੀ ਆ, ਇਹ ਵੱਲਾ ਆਲਮ ਸਾਰਾ ਫੈਸਲਾ ਜਿਹੜਾ ਇਹ ਪੁਲਿਸ ਨੇ ਤਹਿਕੀਕਾਤ ਦੇ ਵਿੱਚ ਕਰਨਾ ਕਿ ਆਇਆ ਇਸ ਫੱਡੇ ਦੇ ਵਿੱਚ ਕਿੰਨੀ ਕੁ ਸਦਾਕਤ ਆ, ਕੀ ਆ। ਤੇ ਇਹ ਸਾਰੇ ਇਲਜ਼ਾਮਾਤ ਸੁਹੇਲ ਅਸਗਰ ਦੀ ਬੀਵੀ ਨੇ, ਹਮੈਰਾ ਅਸਗਰ ਦੀ ਭਾਬੀ ਨੇ ਨਵੀਦ ਅਸਗਰ ਤੇ ਲਾਏ। ਨਵੀਦ ਅਸਗਰ ਕੱਲ ਲਾਸ਼ ਵਸੂਲ ਕਰਨ ਵਾਸਤੇ ਆਪਣੇ ਬਹਿਨੋਈ ਦੇ ਨਾਲ ਕਰਾਚੀ ਪਹੁੰਚੇ ਨੇ, ਤੇ ਉੱਥੇ ਵੀ ਉਹਨਾਂ ਨੇ ਮੀਡੀਆ ਟਾਕ ਕੀਤੀ ਆ ਕਿ ਮੀਡੀਆ ਤੇ ਬੜਾ ਰੌਲਾ ਪਿਆ, ਲੋਕ ਕਹਿੰਦੇ ਨੇ ਬੜੇ ਇਹ ਸਖਤ ਦਿਲ ਨੇ। ਤੇ ਮੇਰੇ ਵਾਲਿਦ ਸਾਹਿਬ ਨੇ ਸਿਰਫ ਇਹ ਲਫ਼ਜ਼ ਕਹੇ ਸੀ ਕਿ ਅਗਰ ਇਹਦੀ ਲਾਸ਼ ਜ਼ਿਆਦਾ ਖਰਾਬ ਆ ਤਾਂ ਇਹਨੂੰ ਜਲਦੀ ਦਫਨ ਕਰ ਦਿਓ। ਇਹ 2 ਦਿਨ ਬਾਅਦ ਲਾਸ਼ ਲੈਣ ਗਏ ਨੇ ਨਵੀਦ ਅਸਗਰ ਤੇ ਉਹਦਾ ਬਹਿਨੋਈ, ਕਿਉਂਕਿ ਪੁਲਿਸ ਜਿਹੜੀ ਸੀ ਪਹਿਲੋਂ ਲਾਸ਼ ਨਹੀਂ ਸੀ ਦਿੰਦੀ, ਉਹ ਕਹਿੰਦੀ ਸੀ ਕਿ ਕੋਈ ਖੂਨੀ ਰਿਸ਼ਤਾ ਆਵੇ। ਜਦੋਂ ਇਹਦੇ ਬਹਿਨੋਈ ਨੇ ਫੋਨ ਕੀਤਾ ਸੀ, ਜਾਂ ਭੈਣ ਆਵੇ ਜਾਂ ਭਰਾ ਜਾਂ ਵਾਲਦ ਜਾਂ ਅੰਮੀ, ਫਿਰ ਅਸੀਂ ਲਾਸ਼ ਦੇਾਂਗੇ। ਫਿਰ ਉਹ ਨਵੀਦ ਅਸਗਰ ਗਿਆ ਲਾਸ਼ ਨੂੰ ਲੈਣ ਵਾਸਤੇ। ਨਵੀਦ ਅਸਗਰ ਕਹਿੰਦਾ ਕਿ ਮੇਰੇ ਬਾਪ ਦੇ ਨਾਲ ਹਮੈਰਾ ਦਾ ਫੱਡਾ ਚੱਲਦਾ ਸੀ ਜ਼ਰੂਰ, ਲੇਕਿਨ ਇਸ ਫੱਡੇ ਦੇ ਵਿੱਚ ਮੇਰੇ ਵਾਲਦ ਨੇ ਹਮੈਰਾ ਅਸਗਰ ਨੂੰ ਫੋਨ ਕੀਤਾ ਕਿ ਬੇਟਾ ਤੇਰੀ ਤਬੀਅਤ ਕਿੱਦਾਂ ਆ, ਕਿਸ ਤਰ੍ਹਾਂ ਰਹਿ ਰਹੀਆਂ, ਕਿੱਦਾਂ ਤੂੰ ਗੁਜ਼ਾਰਾ ਕਰਦੀਆਂ। ਅੱਗੋਂ ਉਹਨੇ ਹਮੈਰਾ ਅਸਗਰ ਨੇ ਆਪਣੇ ਵਾਲਦ ਨੂੰ ਕਿਹਾ ਕਿ ਮੈਂ ਹੁਣ ਨੌਜਵਾਨ ਆ, ਆਪਣੇ ਅਕਲੋ ਸ਼ਊਰ ਰੱਖਦੀ ਆ, ਆਪਣੇ ਫੈਸਲੇ ਖੁਦ ਕਰ ਸਕਦੀ ਆ, ਤੁਹਾਨੂੰ ਮੇਰੇ ਕੰਮਾਂ ਦੇ ਵਿੱਚ ਦਖਲ ਅੰਦਾਜ਼ੀ ਕਰਨ ਦੀ ਜ਼ਰੂਰਤ ਨਹੀਂ। ਜਿਹਦੀ ਵਜ੍ਹਾ ਨਾਲ ਮੇਰਾ ਅੱਬਾ ਨਾਰਾਜ਼ ਹੋ ਗਿਆ ਸੀ ਔਰ ਉਹਦੇ ਨਾਲ ਬਿਲਕੁਲ ਤਾਲੁਕ ਤੋੜ ਲਿਆ ਸੀ। ਲੇਕਿਨ ਵਾਲਦਾ ਮੇਰੀ ਇੱਕ ਐਸੀ ਸੀ ਕਿ ਜਿਹੜੀ ਉਹਦੇ ਨਾਲ ਰਾਬਤੇ ਸੀ, ਉਹਨੂੰ ਗਾਹੇ ਬਗਾਹੇ ਫੋਨ ਕਰ ਲੈਂਦੀ ਸੀ। ਤੇ ਇੱਕ ਦਫਾ ਹਮੈਰਾ ਅਸਗਰ ਨੇ ਘਰ ਫੋਨ ਕੀਤਾ ਕਿ ਅੰਮੀ ਜਾਨ ਮੇਰੇ ਹਾਲਾਤ ਬੜੇ ਖਰਾਬ ਨੇ, ਮੇਰੀਆਂ ਸਿਮਾਂ ਬੰਦ ਹੋਣ ਵਾਲੀਆਂ ਤੇ ਮੈਂ ਕਿਰਾਇਆ ਵੀ ਨਹੀਂ ਦੇ ਸਕਦੀ, ਇਸ ਵਜ੍ਹਾ ਨਾਲ ਤੁਸੀਂ ਮੇਰੀ ਸਪੋਰਟ ਕਰੋ, ਮੈਨੂੰ ਪੈਸੇ ਦਵੋ। ਉਸ ਟਾਈਮ ਇਹਨਾਂ ਨੂੰ ਹਮੈਰਾ ਅਸਗਰ ਦੀ ਸਪੋਰਟ ਕਰਨੀ ਚਾਹੀਦੀ ਸੀ, ਲੇਕਿਨ ਇਹਨਾਂ ਨੇ ਕੋਈ ਉਹਦੇ ਉੱਤੇ ਗੱਲਬਾਤ ਨਹੀਂ ਕੀਤੀ। ਇਸ ਤਰ੍ਹਾਂ ਇਹਨਾਂ ਦਾ ਫੱਡਾ ਆਪਣੀ ਭੈਣ ਦੇ ਨਾਲ ਜਾਇਦਾਦ ਦਾ ਚੱਲਦਾ ਸੀ। ਇਹ ਸਾਰੇ ਇਲਜ਼ਾਮਾਤ ਉਹਦੀ ਭਾਬੀ ਨੇ ਲਗਾਏ ਨੇ। ਤੁਸੀਂ ਦੇਖੋ ਨਾ, ਇਹ 2 ਦਿਨ ਬਾਅਦ ਲਾਸ਼ ਲੈਣ ਜਾਂਦੇ ਨੇ, ਤੇ ਲੋਕ ਤਾਂ ਹੁਣ ਅਮਰੀਕਾ ਤੋਂ ਦੁਬਈ ਤੋਂ 1 ਦਿਨ ਦੇ ਵਿੱਚ ਪਹੁੰਚ ਜਾਂਦੇ ਨੇ। ਇਹ 2 ਦਿਨ ਬਾਅਦ ਲਾਸ਼ ਕਿਉਂ ਲੈਣ ਗਏ ਨੇ, ਇਹਦੇ ਮੁਤਲਕ ਵੀ ਤਹਿਕੀਕਾਤ ਹੋਣੀ ਚਾਹੀਦੀ ਆ। ਉਸ ਤੋਂ ਇਲਾਵਾ 13 ਅਗਸਤ 2024 ਨੂੰ ਹਮੈਰਾ ਅਸਗਰ ਨੇ ਆਪਣੀ ਕਜ਼ਨ ਨੂੰ ਫੋਨ ਕੀਤਾ, ਜਿਹੜੀ ਰਿਸ਼ਤੇ ਦੇ ਵਿੱਚ ਇਹਦੀ ਅੰਮੀ ਦੀ ਚਾਚੇ ਦੀ ਕੁੜੀ ਆ। ਉਹਨੂੰ ਕਿਹਾ ਕਿ ਮੇਰੇ ਹਾਲਾਤ ਬੜੇ ਖਰਾਬ ਨੇ, ਸਿਮਾਂ ਬੰਦ ਹੋਣੇ ਵਾਲੀਆਂ, ਤੂੰ ਆਪਣੇ ਨਾਮ ਤੇ ਕੋਈ ਸਿਮ ਮੈਨੂੰ ਕਢਵਾ ਦੇ। ਤੇ ਲੇਕਿਨ ਉਹਨੇ ਵੀ ਕੋਈ ਗੱਲ ਨਹੀਂ ਗੌਰੀ। ਤੇ ਇਹਦਾ ਮਤਲਬ ਆ ਕਿ ਏਡੇ ਹੀ ਯਾਨੀ ਬੇਹਿੱਸ ਸੀ ਰਿਸ਼ਤੇਦਾਰ ਭੈਣ ਭਰਾ, ਜਿਨ੍ਹਾਂ ਨੇ ਉਹ ਪਿੱਠਦੀ ਰਹੀ ਕਿ ਮੈਂ ਤੰਗ ਆ, ਮੇਰੇ ਹਾਲਾਤ ਨੇ ਠੀਕ, ਮੇਰੀਆਂ ਸਿਮਾਂ ਬੰਦ ਹੋਣੇ ਵਾਲੀਆਂ, ਮੇਰੀ ਮਦਦ ਕਰੋ। ਇਹ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਉਹਦੀ ਮਦਦ ਕਰਨੀ ਚਾਹੀਦੀ ਸੀ। ਇਖਤਲਾਫਾਤ ਆਪਣੀ ਜਗ੍ਹਾ ਤੇ। ਹੁਣ ਇਹਦੇ ਵਿੱਚ ਕਿੰਨੀ ਹਕੀਕਤ ਆ ਮਾਲਕ ਮਕਾਨ ਦੀ
ਜਾਂ ਭਾਈਆਂ ਦੀ ਜਾਇਦਾਦ ਦਾ ਜਿਹੜਾ ਫੜਾ ਚੱਲ ਰਿਹਾ ਸੀ, ਮਾਲਕ ਮਕਾਨ ਨਾਲ ਕਿਰਾਏ ਦਾ ਫੜਾ ਚੱਲ ਰਿਹਾ ਸੀ। ਦੂਸਰੀ ਗੱਲ ਇਹ ਆ ਕਿ ਜਿਹੜੇ ਮਾਲਕ ਮਕਾਨ ਦੇ ਸਾਹਮਣੇ ਕਿਰਾਏਦਾਰ ਸੀ, ਉਹ 5 ਮਹੀਨੇ ਤੱਕ ਆਪਣੇ ਫਲੈਟ ਤੋਂ ਗਾਇਬ ਰਹੇ, ਸਤੰਬਰ ਤੋਂ ਲਾ ਕੇ ਫਰਵਰੀ ਤੱਕ। ਕੁਦਰਤੀ ਗੱਲ ਆ, ਹਰ ਬੰਦਾ ਛੁੱਟੀਆਂ ਤੇ ਜਾਂਦਾ, ਲੇਕਿਨ ਏਡੀ ਲੰਬੀ ਛੁੱਟੀ ਸਤੰਬਰ ਤੋਂ ਲਾ ਕੇ ਫਰਵਰੀ ਤੱਕ ਛੁੱਟੀਆਂ ਤੇ ਚਲੇ ਗਏ, ਇਹ ਵੀ ਮਸ਼ਕੂਕ ਕਿਰਦਾਰ ਆ। ਇਹ ਸਾਰਾ ਮਾਮਲਾ ਜਿੰਨਾ ਵੀ ਆ ਪੁਲਿਸ ਨੇ ਹੱਲ ਕਰਨਾ। ਹਰ ਬੰਦਾ ਕੋਈ ਖਦਸ਼ਾ ਜ਼ਾਹਰ ਕਰਦਾ ਕਿ ਇਸ ਤਰ੍ਹਾਂ ਵੀ ਹੋ ਸਕਦਾ, ਵੀ ਕੌਣ ਕੌਣ ਇਹਦੇ ਵਿੱਚ ਮੁਲਵਸ ਹੋ ਸਕਦਾ, ਕਿਉਂਕਿ ਨਾ ਉਹ ਨਸ਼ੇ ਦੀ ਆਦੀ ਸੀ ਕਿ ਉਹ ਨਸ਼ੇ ਦਾ ਮੌਤ ਹੋ ਗਈ, ਮਰ ਗਈ, ਨਾ ਉਹ ਕੁਦਰਤੀ ਮੌਤ ਨਾਲ ਮਰੀ ਆ। ਹੁਣ ਇਹ ਏਜੰਸੀਆਂ ਔਰ ਪੁਲਿਸ ਦੇ ਅਦਾਰੇ ਜਿੰਨੇ ਵੀ ਨੇ, ਸਾਰਿਆਂ ਨੇ ਤਹਿਕੀਕਾਤ ਦਾ ਆਗਾਜ਼ ਕਰਤਾ। ਹੁਣ ਇਹਦੀ ਤਹਿਕੀਕਾਤ ਜਿਹੜੀ ਆ ਜਦੋਂ ਹੋਣਗੀਆਂ, ਮੰਜ਼ਰੇ ਆਮ ਤੇ ਆਣਗੀਆਂ, ਫਿਰ ਪਤਾ ਚੱਲੇਗਾ ਕਿ ਇਹਦੇ ਵਿੱਚ ਕੌਣ ਮੁਲਵਸ ਆ, ਕੌਣ ਨਹੀਂ ਮੁਲਵਸ। ਲੇਕਿਨ ਤਹਿਕੀਕਾਤ ਜ਼ਰੂਰ ਹੋਣੀ ਚਾਹੀਦੀ ਆ। ਉਹਦੇ ਨਾਲ ਬਹੁਤ ਬੜਾ ਜ਼ੁਲਮ ਹੋਇਆ ਕਿ 9 ਮਹੀਨੇ ਉਹਦੀ ਲਾਸ਼ ਜਿਹੜੀ ਆ ਉੱਥੇ ਪਈ ਰਹੀ। ਭੈਣ ਭਰਾਵਾਂ ਨੂੰ ਵੀ ਕੋਈ ਅਹਿਸਾਸ ਨਹੀਂ ਹੋਇਆ ਕਿ ਫੋਨ ਕਰਕੇ ਹੀ ਪੁੱਛ ਲਈਏ ਕਿ 9 ਮਹੀਨੇ ਤੋਂ ਉਹ ਰਾਬਤੇ 'ਚ ਨਹੀਂ ਹੈਗੀ। ਇਹ ਗੱਲ ਤਾਂ ਕੋਈ ਨਹੀਂ। ਚੰਗਾ ਕੋਈ ਜਾਇਦਾਦ ਦਾ ਫੱਡਾ, ਉਧਰ ਮਾਲਕ ਮਕਾਨ ਨਾਲ ਕਿਰਾਏ ਦਾ ਫੱਡਾ, ਤੇ ਇਹਦੇ ਮੁਤਲਕ ਸਾਰੀਆਂ ਤਹਿਕੀਕਾਤਾਂ ਹੋਣੀਆਂ ਚਾਹੀਦੀਆਂ। ਅੱਲਾਹ ਤਾਲਾ ਸਭ ਤੇ ਰਹਿਮਤਾਂ ਫਰਮਾਏ। ਅੱਲਾਹ ਤਾਲਾ ਸਭ ਨੂੰ ਆਪਣੇ ਹਿਫਜ਼ੋ ਮਾਨ 'ਚ ਰੱਖੇ। अस्सलाम वालेकुम व रहमतुल्लाहि व बरकातहू।